ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ। ਅੱਜ ਦੇ ਵਚਨ ਦਾ ਮਨਨ ਕਰਨ ਤੋਂ ਪਹਿਲਾਂ ਅਸੀਂ ਪ੍ਰਾਰਥਨਾ ਵਿੱਚ ਜਾਵਾਂਗੇ। ਦਿਆਲੂ, ਕਿਰਪਾਲੂ, ਮਿਹਰਬਾਨ, ਪ੍ਰੇਮੀ ਪਰਮੇਸ਼ਰ, ਅਸੀਂ ਆਪ ਦਾ ਧੰਨਵਾਦ, ਆਪ ਦੀ ਮਹਿਮਾ, ਆਪ ਦੀ ਵਡਿਆਈ ਕਰਦੇ ਹਾਂ, ਕਿਉਂਕਿ ਆਪ ਰਾਜਿਆਂ ਦੇ ਰਾਜਾ, ਪ੍ਰਭੂਆਂ ਦੇ ਪ੍ਰਭੂ, ਕਦੇ ਨਾ ਬਦਲਣ ਵਾਲੇ, ਜੁਗਾਂ ਜੁਗ ਇੱਕੋ ਜਿਹੇ ਰਹਿਣ ਵਾਲੇ ਪ੍ਰੇਮੀ ਪਰਮੇਸ਼ਰ, ਨਿਤ ਪ੍ਰਤੀ ਦਿਨ ਸਾਨੂੰ ਆਪ ਆਪਣੀ ਕਿਰਪਾ ਦੇ ਨਾਲ ਸੰਭਾਲਦੇ ਅਤੇ ਉਸ ਦੇ ਵਿੱਚ ਸਾਨੂੰ ਲੈ ਕੇ ਚੱਲਦੇ ਹੋ। ਉਸ ਦੇ ਲਈ ਅਸੀਂ ਤੇਰਾ ਧੰਨਵਾਦ, ਤੇਰੀ ਮਹਿਮਾ, ਤੇਰੀ ਵਡਿਆਈ ਕਰਦੇ ਹਾਂ। ਅੱਜ ਦੇ ਵਚਨ ਨੂੰ ਸਾਨੂੰ ਆਪ ਦੀ ਮਹਿਮਾ ਦੇ ਲਈ ਸਿੱਖਣ ਅਤੇ ਸਮਝਣ ਦੇ ਲਈ ਮਦਦ ਕਰ। ਉਸ ਦੇ ਨਾਲ ਤੇਰੇ ਨਾਮ ਨੂੰ ਉੱਚਾ ਕਰਨ ਦੇ ਲਈ ਸਾਡੀ ਮਦਦ ਕਰ, ਤਾਂ ਕਿ ਆਪ ਦੀ ਮਹਿਮਾ ਹੋ ਸਕੇ। ਸਭੋ ਕੁਝ ਤੇਰੇ ਹੱਥਾਂ ਵਿੱਚ ਸੌਂਪ ਦਿੰਦੇ ਹਾਂ। ਬੋਲਣ ਵਾਲੇ ਅਤੇ ਸੁਣਨ ਵਾਲੇ ਦੋਨਾਂ ਨੂੰ ਆਪਣੀ ਬਰਕਤ ਦੇ। ਸਾਰਾ ਆਦਰ ਮਾਣ ਆਪ ਨੂੰ ਦਿੰਦੇ ਹੋਏ ਬੇਨਤੀ ਮਸੀਹ ਯਸੂ ਦੇ ਪਵਿੱਤਰ ਤੇ ਸਮਰਥੀ ਨਾਮ ਵਿੱਚ ਮੰਗਦੇ ਹਾਂ। ਆਮੀਨ। ਪਿਆਰੇ ਅਜ਼ੀਜ਼, ਅੱਜ ਦਾ ਜੋ ਮੈਂ ਵਚਨ ਦਾ ਭਾਗ ਲਿਆ ਹੈ ਉਹ ਲਿਆ ਹੈ ਕੁਰੰਥੀਆਂ ਦੀ ਪੁਸਤਕ, ਦੂਸਰਾ ਕੁਰੰਥੀਆਂ, ਉਸ ਦਾ 12 ਅਧਿਆਇ, ਉਸ ਦੀ 9 ਆਇਤ ਦੇ ਵਿੱਚੋਂ। ਇੱਥੇ ਲਿਖਿਆ, ਅਤੇ ਉਸ ਨੇ ਮੈਨੂੰ ਆਖਿਆ, ਭਾਈ ਮੇਰੀ ਕਿਰਪਾ ਹੀ ਤੇਰੇ ਲਈ ਬਥੇਰੀ ਹੈ, ਕਿਉਂ ਜੋ ਮੇਰੀ ਸਮਰੱਥਾ ਨਿਰਬਲਤਾਈਆਂ ਵਿੱਚ ਪੂਰੀ ਹੁੰਦੀ ਹੈ। ਇਸ ਲਈ ਮੈਂ ਆਪਣੀਆਂ ਨਿਰਬਲਤਾਈਆਂ ਉੱਤੇ ਅਤ ਆਨੰਦ ਨਾਲ ਅਭਿਮਾਨ ਕਰਾਂਗਾ, ਤਾਂ ਜੋ ਮਸੀਹ ਦੀ ਸਮਰੱਥਾ ਮੇਰੇ ਉੱਤੇ ਸਾਇਆ ਕਰੇ। ਪਿਆਰੇ ਅਜ਼ੀਜ਼, ਅੱਜ ਦਾ ਜੋ ਮੇਰਾ ਵਚਨ ਹੈ ਉਸ ਦਾ ਜੋ ਵਿਸ਼ਾ ਹੈ ਇਹ ਹੈ, ਮੇਰੀ ਕਿਰਪਾ ਹੀ ਤੇਰੇ ਲਈ ਬਥੇਰੀ ਹੈ। ਮੇਰੀ ਕਿਰਪਾ ਹੀ ਤੇਰੇ ਲਈ ਬਥੇਰੀ ਹੈ। ਪੌਲੁਸ ਰਸੂਲ ਜਦੋਂ ਉਸ ਦੇ ਸਰੀਰ ਵਿੱਚ ਕੰਡਾ ਚੁੱਭਿਆ ਗਿਆ ਸਾਂ, ਤਦ ਉਹ ਇਸ ਗੱਲ ਨੂੰ ਆਪਣੇ ਜੀਵਨ ਵਿੱਚ ਬਿਆਨ ਕਰਦਾ ਹੈ। ਸਾਨੂੰ ਸਹੀ ਤਰ੍ਹਾਂ ਨਾਲ ਤਾਂ ਨਹੀਂ ਪਤਾ ਕਿ ਪੌਲੁਸ ਦੇ ਸਰੀਰ ਵਿੱਚ ਕੰਡਾ ਕੀ ਸੀ। ਸਾਨੂੰ ਇਸ ਬਾਰੇ ਨਾ ਦੱਸਣ ਵਿੱਚ ਪਰਮੇਸ਼ਵਰ ਦੇ ਆਤਮਾ ਦੀ ਬੁੱਧ ਨਜ਼ਰ ਆਉਂਦੀ ਹੈ, ਤਾਂ ਜੋ ਉਹ ਸਭ ਜੋ ਦੁੱਖ ਪਾਉਂਦੇ ਹਨ ਉਹ ਪੌਲੁਸ ਦੀ ਤਰ੍ਹਾਂ ਤਸੱਲੀ ਪਾਉਣ। ਇਹ ਪਰਮੇਸ਼ਵਰ ਦੀ ਬਹੁਤ ਵੱਡੀ ਸਾਡੇ ਉੱਤੇ ਦਇਆ ਹੈ। ਜਦੋਂ ਅਸੀਂ ਦੁੱਖ 'ਚ, ਕਸ਼ਟ 'ਚ, ਤੇ ਉਹਦੀ ਕਿਰਪਾ ਹੀ ਸਾਨੂੰ ਉਹਦੇ ਵਿੱਚ ਸੰਭਾਲਦੀ ਅਤੇ ਸਾਨੂੰ ਤਸੱਲੀ ਦਿੰਦੀ ਹੈ। ਧਿਆਨ ਦਿਓ ਕਿ ਪੌਲੁਸ ਨੇ ਇਸ ਦੁੱਖ ਨੂੰ ਕਿਵੇਂ ਝੱਲਿਆ। ਸਾਡੇ ਜੀਵਨ 'ਚ ਵੀ ਦੁੱਖ ਹੈ, ਪਰ ਅਸੀਂ ਆਪਣੇ ਦੁੱਖਾਂ ਦੇ ਵਿੱਚ ਜ਼ਿਆਦਾਤਰ ਕਦੇ ਕਿਸੇ ਨੂੰ ਦੋਸ਼ ਦਿੰਦੇ ਹਾਂ, ਕਦੇ ਕਿਸੇ ਨੂੰ ਦੋਸ਼ ਦਿੰਦੇ ਹਾਂ, ਕਦੇ ਕਿਸੇ ਨੂੰ ਦੋਸ਼ ਦਿੰਦੇ ਹਾਂ। ਪੌਲੁਸ ਨੇ ਆਪਣੇ ਜੀਵਨ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਵੀ ਗੱਲ ਨਹੀਂ ਕੀਤੀ। ਉਸ ਨੇ ਮਾਤਰ ਪਰਮੇਸ਼ਵਰ ਦੇ ਕੋਲ ਉਹਦੇ ਨੇੜੇ ਜਾ ਕੇ ਪ੍ਰਾਰਥਨਾ ਕੀਤੀ। ਸਾਨੂੰ ਇਹ ਨਹੀਂ ਦੱਸਿਆ ਗਿਆ ਕਿ ਉਹਨੇ ਇਸ ਤੋਂ ਐਵੇਂ ਛੁਟਕਾਰਾ ਪਾ ਲਿਆ, ਤੇ ਨਾ ਹੀ ਉਸ ਸ਼ਿਕਾਇਤ ਕੀਤੀ ਜਾਂ ਫਿਰ ਔਖਾ ਹੋਇਆ, ਪਰ ਉਸ ਨੇ ਪ੍ਰਾਰਥਨਾ ਕੀਤੀ ਕਿ ਕੰਡੇ ਦੇ ਹੋਣ ਦਾ ਮਤਲਬ ਸਾਨੂੰ ਪਰਮੇਸ਼ਰ ਤੋਂ ਲਾਂਭੇ ਲਿਜਾਣ ਦੀ ਬਜਾਏ ਪਰਮੇਸ਼ਰ ਤਾਈਂ ਲੈ ਕੇ ਜਾਣਾ ਨਹੀਂ। ਇਹ ਬਹੁਤ ਵੱਡੀ ਗੱਲ ਹੈ। ਇਸ ਲਈ ਮੈਂ ਕਿਰਪਾ ਦੇ ਲਈ, ਕਿਰਪਾ ਦੇ ਸ਼ਬਦਾਂ ਨੂੰ ਜੋ ਪਰਮੇਸ਼ਰ ਮੇਰੇ ਅਤੇ ਆਪ ਦੇ ਜੀਵਨ ਦੇ ਵਿੱਚ ਪ੍ਰਗਟ ਕਰਨਾ ਚਾਹੁੰਦਾ, ਉਸ ਨੂੰ ਮੈਂ ਸ਼ੇਅਰ ਕਰਨਾ ਚਾਹੁੰਦਾ। ਕਿਰਪਾ ਸਾਡੇ ਨਾਲ ਪਰਮੇਸ਼ਵਰ ਦੀ ਹਜ਼ੂਰੀ ਹੈ। ਪਿਆਰ, ਸਹਾਇਤਾ ਅਤੇ ਸ਼ਕਤੀ ਨਾਲ ਮਿਹਰਬਾਨੀ ਹੈ। ਕਿਰਪਾ ਦਾ ਅਸਲ ਸ਼ਬਦ ਕੀ ਹੈ? ਇੰਗਲਿਸ਼ ਦੇ ਵਿੱਚ ਇਹਨੂੰ ਗ੍ਰੇਸ ਕਿਹਾ ਜਾਂਦਾ ਹੈ, ਔਰ ਪੰਜਾਬੀ ਦੇ ਵਿੱਚ ਵੀ ਕਿਰਪਾ ਕਿਹਾ ਜਾਂਦਾ ਹੈ, ਹਿੰਦੀ ਦੇ ਵਿੱਚ ਵੀ ਕਿਰਪਾ ਕਿਹਾ ਜਾਂਦਾ ਹੈ, ਔਰ ਉਰਦੂ ਦੇ ਵਿੱਚ ਫਜ਼ਲ ਕਿਹਾ ਜਾਂਦਾ ਹੈ।
ਕਿਰਪਾ ਸ਼ਬਦ ਦਾ ਅਸਲ ਮਤਲਬ ਇਹ ਹੈ, ਜਿਸ ਦੇ ਮੈਂ ਲਾਇਕ ਨਹੀਂ ਸੀ ਉਸ ਦੇ ਲਾਇਕ ਬਣਾ ਦਿੱਤਾ। ਮੈਂ ਪਰਮੇਸ਼ਵਰ ਦੇ ਯੋਗ ਨਹੀਂ ਸੀ, ਪਰ ਮੈਨੂੰ ਪਰਮੇਸ਼ਵਰ ਦੇ ਯੋਗ ਬਣਾ ਦਿੱਤਾ ਪਰਮੇਸ਼ਵਰ ਦੇ ਪੁੱਤਰ ਦੇ ਰਾਹੀਂ। ਮਿਹਰਬਾਨੀ ਪਰਮੇਸ਼ਵਰ ਦੀ ਹੈ, ਜਿਹਨੇ ਸਾਨੂੰ ਆਪਣੇ ਪੁੱਤਰ ਦੇ ਵਿੱਚ, ਆਪਣੇ ਨਾਲ, ਆਪਣੇ ਪ੍ਰੇਮ ਦੇ ਵਿੱਚ ਹੋਣ ਦੇ ਲਈ ਸਾਨੂੰ ਚੁਣ ਲਿਆ। ਇਹ ਉਹਨਾਂ ਨੂੰ ਦਿੱਤੀ ਇੱਕ ਸਵਰਗੀ ਤਾਕਤ ਹੈ, ਜਿਹੜੇ ਪਰਮੇਸ਼ਰ ਤੇ ਨਿਰਭਰ ਰਹਿੰਦੇ ਆ, ਜਿਨ੍ਹਾਂ ਦਾ ਵਿਚਾਰ ਇਹ ਹੈ ਕਿ ਅਸੀਂ ਮਰੀਏ ਭਾਵੇਂ ਜੀਵੀਏ, ਅਸੀਂ ਪਰਮੇਸ਼ਵਰ ਦੇ ਹਾਂ। ਉਹਨਾਂ ਦੇ ਉੱਤੇ ਇਹ ਪਰਮੇਸ਼ਵਰ ਦੀ ਕਿਰਪਾ। ਔਰ ਅਸੀਂ ਇਸ ਸਮੇਂ ਅੰਤ ਦੇ ਦਿਨਾਂ ਦੇ ਵਿੱਚ ਜਾ ਰਹੇ ਹਾਂ, ਅੱਗੇ ਵਧਦੇ ਜਾ ਰਹੇ। ਔਰ ਇਸ ਸਮੇਂ ਦੇ ਹਾਲਾਤ ਵਿੱਚ ਕੋਈ ਵੀ ਆਪਣੇ ਆਪ ਦੇ ਵਿੱਚ ਜੇ ਕਹੇ ਠੀਕ ਹੈ, ਮੈਂ ਤੰਦਰੁਸਤ ਹਾਂ, ਨਥਿੰਗ ਐਲਸ, ਕੋਈ ਵੀ ਤੰਦਰੁਸਤ ਨਹੀਂ, ਚਾਹੇ ਉਹ ਪਰਮੇਸ਼ਵਰ ਦਾ ਕਿੱਡਾ ਵੀ ਵੱਡਾ ਸੇਵਕ ਹੋਵੇ। ਹਰ ਇੱਕ ਕਿਸੇ ਨਾ ਕਿਸੇ ਬਿਮਾਰੀ ਦੇ ਵਿੱਚ, ਹਰ ਇੱਕ ਕਿਸੇ ਨਾ ਕਿਸੇ ਦੁੱਖ ਦੇ ਵਿੱਚ, ਹਰ ਇੱਕ ਕਿਸੇ ਨਾ ਕਿਸੇ ਕਸ਼ਟ ਦੇ ਵਿੱਚ, ਹਰ ਇੱਕ ਕਿਸੇ ਨਾ ਕਿਸੇ ਕਲੇਸ਼ ਦੇ ਵਿੱਚ ਪਿਆ ਹੋਇਆ ਹੈ। ਪਰ ਧੰਨਵਾਦ ਹੈ ਪਰਮੇਸ਼ਵਰ ਦਾ, ਜਿਹੜਾ ਸਾਨੂੰ ਆਪਣੀ ਕਿਰਪਾ ਦੇ ਨਾਲ ਹਰ ਸਮੇਂ ਆਪਣੀ ਸ਼ਕਤੀ ਦੇ ਨਾਲ ਸੰਭਾਲਦਾ ਹੈ। ਇਹ ਹੈ ਕਿਰਪਾ, ਜਿਸ ਦਾ ਬਿਆਨ ਪੌਲੁਸ ਇੱਥੇ ਕਹਿ ਰਿਹਾ ਹੈ ਕਿ ਪਰਮੇਸ਼ਵਰ ਨੇ ਮੇਰੇ ਨਾਲ ਇਹ ਪ੍ਰਤੀਉੱਤਰ ਦਿੱਤਾ ਕਿ ਮੇਰੀ ਕਿਰਪਾ ਹੀ ਤੇਰੇ ਲਈ ਬਥੇਰੀ ਹੈ। ਵੰਡਰਸ, ਬਹੁਤ ਅਦਭੁਤ ਹੈ ਪਰਮੇਸ਼ਵਰ ਦੇ ਲਈ। ਪਰਮੇਸ਼ਵਰ ਦਾ ਪੌਲੁਸ ਦੇ ਜੀਵਨ ਦੇ ਵਿੱਚ ਜਵਾਬ, ਅਤੇ ਉਸ ਤੋਂ ਸਹਾਇਤਾ ਮੰਗਦੇ ਆ ਜਿਹੜੇ ਉਸ ਦੇ ਉੱਤੇ ਨਿਰਭਰ ਰਹਿੰਦੇ ਆ। ਉਹਨਾਂ ਦੇ ਉੱਤੇ ਕਿਰਪਾ ਸ਼ਬਦ ਪਰਮੇਸ਼ਰ ਵੱਲੋਂ ਪ੍ਰਗਟ ਹੁੰਦਾ ਹੈ। ਇਹ ਕਿਰਪਾ ਵਫਾਦਾਰ ਮਸੀਹਾਂ ਦੇ ਨਾਲ ਹੋਵੇਗੀ, ਜਿਹੜੇ ਆਪਣੀ ਵਿਅਕਤੀਗਤ ਕਮਜ਼ੋਰੀ ਅਤੇ ਮੁਸ਼ਕਲਾਂ ਨੂੰ ਮਸੀਹ ਦਾ ਆਦਰ ਕਰਨ ਦਾ ਇੱਕ ਸਾਧਨ ਬਣਨ ਜਾਣ ਦੀ ਇਜਾਜ਼ਤ ਦਿੰਦੇ ਹਨ। ਬਹੁਤ ਘੱਟ ਲੋਕ ਹੈ ਜਿਹੜੇ ਇਸ ਦੁੱਖ ਦੇ ਵਿੱਚ, ਇਸ ਮੁਸੀਬਤ ਦੇ ਵਿੱਚ, ਇਸ ਕਸ਼ਟ ਦੇ ਵਿੱਚ ਪਰਮੇਸ਼ਵਰ ਨੂੰ ਆਦਰ ਦਿੰਦੇ। ਉਹਨਾਂ ਦੇ ਉੱਤੇ ਪਰਮੇਸ਼ਵਰ ਆਪਣੀ ਕਿਰਪਾ ਦਾ ਕਾਰਜ, ਪਰਮੇਸ਼ਵਰ ਆਪਣੇ ਫਲ ਦਾ ਕਾਰਜ ਪ੍ਰਗਟ ਕਰਦਾ ਹੈ। ਔਰ ਜੇ ਮੈਂ ਇਸ ਨੂੰ ਹੋਰ ਵੀ ਕਲੀਅਰ ਤਰੀਕੇ ਦੇ ਨਾਲ ਆਪ ਦੇ ਨਾਲ ਗੱਲ ਕਰਾਂ ਤਾਂ ਪਰਮੇਸ਼ਵਰ ਪੁਰਾਣੇ ਨੇਮ ਵਿੱਚ ਪਰਮੇਸ਼ਰ ਖੁਦ ਨੂੰ ਕਿਰਪਾ ਅਤੇ ਦਇਆ ਦੇ ਪਰਮੇਸ਼ਰ ਵਜੋਂ ਪ੍ਰਗਟ ਕਰਦਾ ਹੈ। ਇਹ ਬਹੁਤ ਵੱਡਾ ਭੇਤ ਹੈ। ਕਿਤੇ ਸਮਾਂ ਮਿਲਿਆ ਤਾਂ ਮੈਂ ਇਹਦੇ ਤੇ ਸਟੱਡੀ ਦੇਣ ਦੀ ਗੱਲ ਕਰਾਂਗਾ। ਇਹ ਉਹਦੇ ਵੱਲੋਂ ਪ੍ਰਗਟ ਕੀਤਾ ਹੋਇਆ ਇੱਕ ਭੇਤ ਹੈ, ਜਿਸ ਨੇ ਆਪਣੇ ਲੋਕਾਂ ਨੂੰ ਪਿਆਰ ਵਿਖਾਇਆ, ਇਸ ਲਈ ਨਹੀਂ ਜੋ ਉਹ ਉਸ ਦੇ ਹੱਕਦਾਰ ਸੀ, ਪਰ ਉਹਨਾਂ ਨਾਲ ਇੱਕ ਨਿੱਜੀ ਸੰਬੰਧ ਨੂੰ ਰੱਖਣ ਅਤੇ ਅਬਰਾਹਮ ਅਤੇ ਇਸਹਾਕ ਅਤੇ ਯਾਕੂਬ ਨਾਲ ਕੀਤੇ ਵਾਅਦੇ ਨਾਲ ਵਫਾਦਾਰ ਹੋਣ ਦੇ ਲਈ ਉਸ ਦੀ ਆਪਣੀ ਇੱਛਾ ਦੇ ਕਾਰਨ ਇਹ ਕਿਰਪਾ ਨੂੰ ਉਹਨਾਂ ਦੇ ਉੱਤੇ ਪ੍ਰਗਟ ਕੀਤਾ। ਅਬਰਾਹਮ ਜਿੱਥੇ ਚੁਣਿਆ ਗਿਆ ਸੀ, ਅਬਰਾਹਮ ਦਾ ਕੁਲ ਕੀ ਕਰਦਾ ਸੀ? ਅਬਰਾਹਮ ਦਾ ਕੁਲ ਉਹ ਕੰਮ ਕਰਦਾ ਸੀ ਜਿਸ ਤੋਂ ਪਰਮੇਸ਼ਰ ਘਿਣ ਕਰਦਾ, ਮੂਰਤੀਆਂ ਬਣਾਉਂਦਾ ਸੀ, ਮੂਰਤੀ ਪੂਜਾ ਕਰਦਾ ਸੀ। ਪਰਮੇਸ਼ਰ ਨੇ ਉਸ ਨੂੰ ਉੱਥੋਂ ਚੁਣਿਆ, ਇਹ ਕਿਰਪਾ ਹੈ ਉਹਦੀ। ਉੱਥੋਂ ਉਸ ਨੂੰ ਅੱਡ ਕਰਕੇ ਇੱਕ ਆਪਣੀ ਵੱਡੀ ਕੌਮ ਬਣਾਉਣ ਦੇ ਲਈ ਪਰਮੇਸ਼ਰ ਨੇ ਉਸ ਦਾ ਚੂਜ਼ਨ ਕੀਤਾ। ਉਸ ਦੇ ਨਾਲ ਪਰਮੇਸ਼ਰ ਨੇ ਵਾਅਦੇ ਕੀਤੇ ਔਰ ਉਹਨਾਂ ਵਾਅਦਿਆਂ ਨੂੰ ਆਪਣੀ ਕਿਰਪਾ ਦੇ ਵਜੋਂ ਉਸ ਦੇ ਜੀਵਨ ਵਿੱਚ ਪੂਰਾ ਕੀਤਾ, ਜਦ ਕਿ ਇਸ ਦੇ ਲਾਇਕ ਨਹੀਂ ਸੀ ਅਸੀਂ। ਮੈਂ ਕਹਿੰਦਾ ਮੈਂ ਪਰਮੇਸ਼ਰ ਦੇ ਲਾਇਕ ਨਹੀਂ ਸੀ, ਮੈਂ ਪਰਮੇਸ਼ਰ ਦੇ ਕੋਲ ਜਾਣ ਦੇ ਯੋਗ ਨਹੀਂ ਸੀ,
मैं परमेश्वर का नाम लैण दे योग नहीं सी, पर परमेश्वर की किरपा हुई कि उन्हें मैनू अपने कोल सद्या अते अपना नाम मेरे उत्ते प्रगट किया अते अपनी भगती दे लई मैनू चुन के अपने लई ठहरा दिया। ये उहदी किरपा है, ये उहदी किरपा ते दया है। मेरे प्यारे अजीज, परमेश्वर नहीं चाहता है ਤੁਹਾਡੇ ਜੀਵਨ ਦੇ ਵਿੱਚ ਸੰਕਟ ਅਤੇ ਕਲੇਸ਼ ਆਵੇ, ਉਹ ਤੁਹਾਨੂੰ ਆਪਣੀ ਕਿਰਪਾ ਦੇ ਨਾਲ ਆਪਣੇ ਕੋਲ ਬੁਲਾਉਣਾ ਚਾਹੁੰਦਾ। ਕਈ ਉਹਦੀ ਕਿਰਪਾ ਨੂੰ ਸਵੀਕਾਰ ਕਰਦੇ ਆ, ਕਈ ਉਹਦੀ ਕਿਰਪਾ ਦਾ ਤਿਰਸਕਾਰ ਕਰਦੇ ਆ। ਜਿਹੜੇ ਤਿਰਸਕਾਰ ਕਰਦੇ ਆ ਉਹ ਆਪਣੇ ਪਾਪਾਂ ਵਿੱਚ ਮਰਦੇ, ਜਿਹੜੇ ਸਵੀਕਾਰ ਕਰਦੇ ਆ ਉਹ ਉਸ ਕਿਰਪਾ ਦੇ ਵਿੱਚ ਸਦਾ ਦੇ ਜੀਵਨ ਦੇ ਭਾਗੀਦਾਰ ਹੋ ਜਾਂਦੇ। ਪੌਲੁਸ ਦੇ ਜੀਵਨ ਦੇ ਵਿੱਚ ਇੱਕ ਕੱਡਾ ਆਇਆ, ਤਦ ਪੌਲੁਸ ਨੂੰ ਸਮਝ ਆਇਆ ਕਿ ਮੇਰੇ ਲਈ ਪਰਮੇਸ਼ਰ ਦੀ ਕਿਰਪਾ ਬਥੇਰੀ ਹੈ। ਬਾਈਬਲ ਦੇ ਵਿੱਚ ਤਦੇ ਤਾਂ ਉਹ ਲਿਖਦਾ ਹੈ ਜਦੋਂ ਤਿਮੋਥੀਅਸ ਦੀ ਪੁਸਤਕ ਆਪਣਾ ਤਿਮੋਥੀਅਸ ਨੂੰ ਲਿਖਦਾ ਆਪਣੇ ਚੇਲੇ ਨੂੰ ਜੇਲ੍ਹ ਦੇ ਵਿੱਚ, ਤਦ ਉਹ ਕਹਿੰਦਾ ਹੈ ਜਿੰਨੇ ਮਸੀਹ ਯਸੂ ਵਿੱਚ ਸਭ ਸਤਾਏ ਜਾਣਗੇ। ਇਹਦਾ ਮਤਲਬ ਉਹ ਪਰਮੇਸ਼ਰ ਦੇ ਨੇੜੇ ਹੈ, ਪਰ ਪਰਮੇਸ਼ਰ ਦੀ ਕਿਰਪਾ ਵਿੱਚ ਹੈ। ਪਰਮੇਸ਼ਰ ਉਹਨਾਂ ਨੂੰ ਨਾਸ਼ ਨਹੀਂ ਹੋਣ ਦੇਵੇਗਾ। ਪਰਮੇਸ਼ਰ ਉਹਨਾਂ ਦੇ ਜੀਵਨ ਦੇ ਵਿੱਚ ਕਿਸੇ ਵੀ ਪ੍ਰਕਾਰ ਦਾ ਉਹਨਾਂ ਨੂੰ ਦੁੱਖ ਨਹੀਂ ਦੇਵੇਗਾ। ਉਹ ਉਹਨਾਂ ਨੂੰ ਆਪਣੀ ਕਿਰਪਾ ਦੇ ਨਾਲ ਆਪਣੇ ਨੇੜੇ ਲੈ ਕੇ ਆਵੇਗਾ, ਤਾਂ ਕਿ ਪਰਮੇਸ਼ਰ ਦੀ ਮਹਿਮਾ, ਪਰਮੇਸ਼ਰ ਦੀ ਵਡਿਆਈ, ਪਰਮੇਸ਼ਰ ਦੀ ਉਸਤਤ ਉਹਨਾਂ ਦੇ ਜੀਵਨ ਦੇ ਵਿੱਚ ਹੋ ਸਕੇ। ਪਰਮੇਸ਼ਰ ਚਾਹੁੰਦਾ ਹੈ ਕਿ ਉਹ ਉਸ ਦੀ ਕਿਰਪਾ ਦਾ ਸਵਾਦ ਚੱਖ ਕੇ ਉਹ ਪਰਮੇਸ਼ਰ ਦੇ ਹੋ ਜਾਣ, ਉਹਦੇ ਪੁੱਤਰ ਵਿੱਚ, ਕਿਉਂਕਿ ਕਿਰਪਾ ਉਹਦੇ ਪੁੱਤਰ ਵਿੱਚ ਹੈ। ਪਰਮੇਸ਼ਵਰ ਨੇ ਆਪਣਾ ਪੁੱਤਰ ਦੇ ਦਿੱਤਾ ਹੈ। ਅੱਜ ਜਿਹੜੇ ਉਸ ਦੇ ਉੱਤੇ ਵਿਸ਼ਵਾਸ ਕਰਦੇ ਆ ਉਹਨਾਂ ਦੇ ਜੀਵਨ ਦੇ ਵਿੱਚ ਪਰਮੇਸ਼ਵਰ ਦੀ ਕਿਰਪਾ ਹੋਵੇਗੀ, ਔਰ ਉਹ ਉਸ ਕਿਰਪਾ ਦੇ ਵਿੱਚ ਜਦ ਤੱਕ ਮੇਰਾ ਪ੍ਰਭੂ ਬਦਲਾ ਤੇ ਮੈਨੂੰ ਲੈਣ ਲਈ ਨਹੀਂ ਆਉਂਦਾ, ਉਦੋਂ ਤੱਕ ਉਹਨਾਂ ਦੇ ਜੀਵਨ ਦੇ ਵਿੱਚ ਹੁੰਦੀ ਰਹੇਗੀ। ਇਸੇ ਕਰਕੇ ਤਾਂ ਜਦੋਂ ਅਸੀਂ ਪਹਿਲਾ ਕਰੰਥੀਆਂ 13 ਅਧਿਆਇ 13 ਆਇਤ ਪੜ੍ਹਦੇ ਆ ਤਾਂ ਉਹਦੇ ਵਿੱਚ ਕਹਿੰਦਾ ਪ੍ਰੇਮ, ਵਿਸ਼ਵਾਸ ਅਤੇ ਆਸ। ਪ੍ਰੇਮ ਵੀ ਮਤਲਬ ਕਿ ਵਿਸ਼ਵਾਸ ਵੀ ਖਤਮ ਹੋ ਜਾਏਗਾ, ਆਸ਼ਾ ਵੀ ਖਤਮ ਹੋ ਜਾਏਗੀ, ਅਤੇ ਕਿਰਪਾ ਵੀ। ਜਦੋਂ ਪ੍ਰਭੂ ਆਵੇਗਾ ਤਾਂ ਕੀ ਰਹਿ ਜਾਏਗਾ? ਮਾਤਰ ਪ੍ਰੇਮ। प्रेम कभी खत्म नहीं होता। प्रेम आगापे है, प्रेम सदीवी है, प्रेम कदे मिटदा नहीं, प्रेम कदे नाश होता नहीं, क्योंकि परमेश्वर ही प्रेम है। पहला यूहन्ना 4:8 ਦੇ ਵਿੱਚ ਇਸ ਦਾ ਜ਼ਿਕਰ ਕੀਤਾ ਗਿਆ ਹੈ। ਇਸ ਲਈ ਪਰਮੇਸ਼ਵਰ ਮੇਰੇ ਅਤੇ ਆਪ ਦੇ ਵਿੱਚ, ਜਿਸ ਤਰ੍ਹਾਂ ਪੌਲਸ ਕਹਿੰਦਾ ਉਸਨੇ ਮੇਰੇ ਉੱਤੇ ਕਿਰਪਾ ਕੀਤੀ, ਉਹ ਆਪ ਦੇ ਉੱਤੇ ਅਤੇ ਮੇਰੇ ਉੱਤੇ ਆਪਣੀ ਕਿਰਪਾ ਨੂੰ ਕਰਨਾ ਚਾਹੁੰਦਾ ਹੈ। ਉਹ ਆਪਣੀ ਕਿਰਪਾ ਨੂੰ ਮੇਰੇ ਵਿੱਚ ਕਰਨਾ ਚਾਹੁੰਦਾ ਹੈ। ਜਿੰਨੀ ਵੱਡੀ ਮਸੀਹ ਦੇ ਲਈ ਸਾਡੀ ਕਮਜ਼ੋਰੀ ਅਤੇ ਦੁੱਖ ਹਨ, ਉਨਾ ਹੀ ਜ਼ਿਆਦਾ ਕਿਰਪਾ ਪਰਮੇਸ਼ਰ ਆਪਣੇ ਮਕਸਦਾਂ ਨੂੰ ਪੂਰਾ ਕਰਨ ਲਈ ਮੇਰੇ ਅਤੇ ਆਪ ਦੇ ਜੀਵਨ ਦੇ ਵਿੱਚ ਕਰੇਗਾ। ਇਹੋ ਕਿਰਪਾ ਸਦਾ ਇੱਕ ਨਵੇਂ ਅਤੇ ਹਰੇਕ ਦਿਨ ਲਈ ਬਥੇਰੀ ਹੈ। ਨਵੇਂ ਅਤੇ ਹਰੇਕ ਦਿਨ ਲਈ ਪਰਮੇਸ਼ਰ ਵੱਲੋਂ ਮੇਰੇ ਤੇ ਪ੍ਰਭੂ ਯਿਸੂ ਮਸੀਹ ਵਿੱਚ ਬਥੇਰੀ ਹੈ, ਤਾਂ ਜੋ ਅਸੀਂ ਉਸ ਦਿਨ ਲਈ ਜੋ ਚਾਹੁੰਦਾ ਹੈ ਉਸ ਨੂੰ ਪੂਰਾ ਕਰ ਸਕੀਏ ਅਤੇ ਕਿਸੇ ਵੀ ਦੁੱਖ ਜਾਂ ਮੁਸ਼ਕਲ ਜਾਂ ਸਾਡੇ ਸਰੀਰ ਵਿੱਚ ਕੰਡੇ ਨੂੰ ਸਹਿਣ ਕਰਨ ਦੀ ਤਾਕਤ ਅਸੀਂ ਉਸ ਕੋਲੋਂ ਪ੍ਰਾਪਤ ਕਰ ਸਕੀਏ। ਪਹਿਲਾ ਕਰੰਥੀਆਂ 10 ਅਧਿਆਏ ਜਦੋਂ ਉਸ ਦੀ ਮੈਂ 13 ਆਇਤ ਨੂੰ ਪੜ੍ਹਦਾ ਹਾਂ ਤਾਂ ਉਹਦੇ ਵਿੱਚ ਲਿਖਿਆ ਹੈ, ਪਰਮੇਸ਼ਰ ਵਫਾਦਾਰ ਹੈ। ਅਸੀਂ ਕਿਸੇ ਵੀ ਅਜਿਹੇ ਪਰਤਾਵੇ ਵਿੱਚ ਨਹੀਂ ਪਏ ਜਿਹੜਾ ਸਾਡੇ ਝੱਲਣ ਤੋਂ ਬਾਹਰ ਹੈ, ਪਰ ਪਰਮੇਸ਼ਵਰ ਆਪਣੀ ਕਿਰਪਾ ਦੇ ਨਾਲ ਉਸ
ਪਰਤਾਵੇ ਤੋਂ ਵਚਨ ਨਿਕਲਣ ਦੇ ਲਈ ਮੇਰੇ ਜੀਵਨ ਦੇ ਵਿੱਚ ਉਪਾਅ ਕਰਦਾ ਹੈ ਆਪਣੀ ਕਿਰਪਾ ਦੇ ਨਾਲ। ਪੌਲਸ ਦੇ ਜੀਵਨ ਦੇ ਵਿੱਚ ਇੱਕ ਘਟਨਾ ਘਟੀ ਹੈ ਔਰ ਇਸ ਘਟਨਾ ਦੇ ਵਿੱਚ ਪਰਮੇਸ਼ਰ ਦਾ ਇੱਕੋ ਹੀ ਪ੍ਰਤੀਉੱਤਰ ਪੌਲਸ ਦੇ ਜੀਵਨ 'ਚ ਆਇਆ, ਮੇਰੀ ਕਿਰਪਾ ਹੀ ਤੇਰੇ ਲਈ ਬਥੇਰੀ, ਮੇਰੀ ਕਿਰਪਾ ਹੀ ਤੇਰੇ ਲਈ ਬਥੇਰੀ। ਦੂਸਰੀ ਗੱਲ, ਸਾਨੂੰ ਸਾਡੀ ਕਮਜ਼ੋਰੀ ਲਈ ਧੰਨਵਾਦ ਹੋਣਾ ਚਾਹੀਦਾ ਹੈ। ਕਿਰਪਾ ਦੇ ਵਿੱਚ ਸਾਨੂੰ ਸਾਡੀ ਕਮਜ਼ੋਰੀ ਵਿੱਚ ਪਰਮੇਸ਼ਰ ਦੇ ਅੱਗੇ ਉਹਦੀ ਕਿਰਪਾ ਦੇ ਵਿੱਚ ਉਹਦਾ ਧੰਨਵਾਦ ਹੋਣਾ ਚਾਹੀਦਾ, ਕਿਉਂਕਿ ਸਾਡੀ ਕਮਜ਼ੋਰੀ ਦੇ ਵਿੱਚ ਹੀ ਆਪਣੀ ਕਿਰਪਾ ਸਾਡੇ ਜੀਵਨ ਵਿੱਚ ਕਰਦਾ ਹੈ ਨਾ ਵੱਡੀ ਗੱਲ। ਨਹੀਂ ਤਾਂ ਸਾਡੀ ਕਮਜ਼ੋਰੀ ਦੇ ਵਿੱਚ ਸਾਡੇ ਆਪਣੇ ਬੰਦੇ, ਸਾਡੇ ਆਪਣੇ ਸਕੇ ਸੰਬੰਧੀ, ਸਾਡੇ ਮਿੱਤਰ, ਸਾਡੇ ਦੋਸਤ, ਸਾਡਾ ਸਮਾਜ ਸਾਡਾ ਉਪਹਾਸ ਉਡਾਉਂਦਾ ਹੈ, ਮਜ਼ਾਕ ਉਡਾਉਂਦਾ ਹੈ। ਪਰ ਧੰਨਵਾਦ ਹੈ ਪਰਮੇਸ਼ਵਰ ਦਾ ਜਿਹੜਾ ਸਾਨੂੰ ਆਪਣੀ ਕਿਰਪਾ ਦੇ ਨਾਲ ਸਾਨੂੰ ਚੁੱਕਦਾ। ਇਸ ਲਈ ਪੌਲਸ ਕਹਿੰਦਾ ਹੈ ਉਸ ਕਿਰਪਾ ਦੇ ਲਈ ਜੋ ਮਸੀਹ ਯਿਸੂ ਵਿੱਚ ਮੇਰੇ ਅਤੇ ਆਪ ਤੇ ਹੁੰਦੀ ਹੈ ਉਹਦਾ ਧੰਨਵਾਦ ਕਰੋ। ਉਸੇ ਕਿਰਪਾ ਤੋਂ ਤੁਸੀਂ ਬਚਾਏ ਵੀ ਗਏ। ਅਫਸੀਆਂ ਦੀ ਪੁਸਤਕ ਮੈਂ ਆਪ ਦੇ ਲਈ 2 ਅਧਿਆਏ ਉਸ ਦੀ 5 ਵਚਨ ਦੇ ਵਿੱਚ ਆਪ ਦੇ ਲਈ ਪੜ੍ਹਦਾ ਹਾਂ। ਇੱਥੇ ਲਿਖਿਆ ਹੈ 5 ਵਚਨ ਦੇ ਵਿੱਚ, ਮੈਂ ਆਪ ਦੇ ਲਈ ਇਸ ਨੂੰ ਪੜ੍ਹ ਰਿਹਾ ਹਾਂ। ਇੱਥੇ ਲਿਖਿਆ ਹੈ 2:5 ਦੇ ਵਿੱਚ, ਜਦੋਂ ਅਸੀਂ ਆਪਣੇ ਅਪਰਾਧਾਂ ਦੇ ਕਾਰਨ ਮਰੇ ਹੋਏ ਸੀ ਉਸ ਨੇ ਮਸੀਹ ਦੇ ਨਾਲ ਸਾਨੂੰ ਜੀਵੰਤ ਕੀਤਾ, ਕਿਰਪਾ ਤੋਂ ਹੀ ਅਸੀਂ ਬਚਾਏ ਗਏ ਹਾਂ। ਕਿਰਪਾ ਤੋਂ ਹੀ ਅਸੀਂ ਬਚਾਏ ਗਏ ਹਾਂ। ਕਿੰਨੀ ਵੱਡੀ ਗੱਲ ਹੈ। ਜਿਸ ਵਿੱਚ ਅਸੀਂ ਬਚਾਏ ਗਏ ਹਾਂ ਤਾਂ ਉਸ ਕਿਰਪਾ ਦਾ ਅਸੀਂ ਕੀ ਕਰੀਏ? ਧੰਨਵਾਦ। ਅੱਜ ਬਹੁਤੇ ਲੋਕ ਇਸ ਗੱਲ ਦਾ ਧੰਨਵਾਦ ਨਹੀਂ ਕਰਦੇ। ਪਿਛਲੇ ਕੱਲ ਐਤਵਾਰ ਸੀ, ਪਹਿਲਾ ਦਿਨ ਸੀ। ਪਹਿਲੇ ਦਿਨ ਜੋ ਪਹਿਲਾ ਦਿਨ ਹੈ ਕਿਹਨੂੰ ਦੇਣਾ ਚਾਹੀਦਾ? ਪਹਿਲਾ ਸਮਾਂ ਕਿਹਨੂੰ ਦੇਣਾ ਚਾਹੀਦਾ? ਪਹਿਲਾ ਆਦਰ ਕਿਹਨੂੰ ਦੇਣਾ ਚਾਹੀਦਾ? ਪਹਿਲਾ सम्मान ਕਿਹਨੂੰ ਦੇਣਾ ਚਾਹੀਦਾ? ਆਵਰ ਗॉड, ਜਿਹਨੇ ਆਪਣੀ ਕਿਰਪਾ ਦੇ ਨਾਲ ਮੈਨੂੰ ਬਚਾਇਆ। ਬਹੁਤੇ ਲੋਕ ਇਸ ਧੰਨਵਾਦ ਨੂੰ ਦੁਨੀਆਦਾਰੀ ਦੇ ਕੰਮਾਂ ਦੇ ਵਿੱਚ ਗਵਾ ਦਿੰਦੇ ਨੇ। ਬਾਈਬਲ ਬਾਣੀ ਦੇ ਵਿੱਚ ਲਿਖਿਆ ਹੈ ਜ਼ਬੂਰ 103 ਦੇ 2 ਦੇ ਵਿੱਚ, ਹੇ ਮੇਰੀ ਜਾਨ ਪਰਮੇਸ਼ਰ ਨੂੰ ਧੰਨ ਆਖ ਅਤੇ ਉਸ ਦੇ ਉਪਕਾਰਾਂ ਨੂੰ ਨਾ ਵਿਸਾਰ। ਤੇ ਅਸੀਂ ਤਾਂ ਜਾਣਦੇ ਹੋਏ ਵੀ ਵਿਸਾਰ ਦਿੰਦੇ। ਸਾਨੂੰ ਪਤਾ ਹੈ ਕਿ ਪਰਮੇਸ਼ਰ ਨੇ ਮੇਰੇ ਉੱਤੇ ਕਿੰਨਾ ਵੱਡਾ ਅਹਿਸਾਨ ਕੀਤਾ ਹੈ। ਦੁਨੀਆ ਦੇ ਵਿੱਚ ਮੈਂ ਪਿੱਛੇ ਵੀ ਦੱਸ ਚੁੱਕਾ, ਕੋਈ ਵੀ ਅਜਿਹਾ ਈਸ਼ਵਰ, ਕੋਈ ਵੀ ਅਜਿਹਾ ਵਿਅਕਤੀ ਨਹੀਂ ਜਿਸ ਨੇ ਪਾਪੀ ਮਨੁੱਖਾਂ ਦੇ ਲਈ ਜੀਵਨ ਦਿੱਤਾ ਹੋਵੇ ਅਤੇ ਉਹਨਾਂ ਨੂੰ ਆਪਣੀ ਜਾਨ ਦੇ ਕੇ ਆਪਣੇ ਲਹੂ ਦੇ ਨਾਲ ਮੁੱਲ ਖਰੀਦਿਆ ਹੋਵੇ। ਨਥਿੰਗ ਐਲਸ, ਕੋਈ ਵੀ ਅਜਿਹਾ ਨਹੀਂ ਹੈ ਸਿਵਾਏ ਪਰਮੇਸ਼ਰ ਪੁੱਤਰ ਪ੍ਰਭੂ ਯਿਸੂ ਮਸੀਹ ਤੋਂ। ਤੇ ਫਿਰ ਮੈਨੂੰ ਕੀ ਕਰਨਾ ਚਾਹੀਦਾ ਵਾ? ਉਹਦੀ ਕਿਰਪਾ ਦਾ ਧੰਨਵਾਦ ਕਰਨਾ ਚਾਹੀਦਾ। ਦੂਸਰੀ ਗੱਲ ਹੈ, ਅਤੇ ਉਹਨਾਂ ਵਿੱਚੋਂ ਸਦੀਪਕ ਮੁੱਲ ਨੂੰ ਵੇਖਣਾ ਚਾਹੀਦਾ ਹੈ, ਕਿਉਂਕਿ ਉਹ ਸਾਡੇ ਵਿੱਚ ਅਤੇ ਸਾਡੇ ਰਾਹੀਂ, ਸਾਡੇ ਮਸੀਹ ਦੇ ਰਾਹੀਂ ਸ਼ਕਤੀ ਨੂੰ ਪ੍ਰਗਟ ਕਰਦਾ ਹੈ ਅਤੇ ਮਸੀਹ ਉੱਤੇ ਨਿਰਭਰ ਰਹਿਣ ਦੇ ਦੁਆਰਾ ਅਸੀਂ ਪੌਲਸ ਦੇ ਵਾਕ ਸੱਚਾਈ ਨੂੰ ਖੋਜਾਂਗੇ। ਜਦ ਮੈਂ ਨਿਰਬਲ ਹੁੰਦਾ ਹਾਂ ਤਦ ਹੀ ਮੈਂ ਸਮਰਥੀ ਹੁੰਦਾ ਹਾਂ। ਜਦ ਮੈਂ ਕਮਜ਼ੋਰ ਹੁੰਦਾ ਹਾਂ ਉਦੋਂ ਹੀ ਸਮਰਥੀ ਹੁੰਦਾ। ਕਿਉਂਕਿ ਉਸ ਵੇਲੇ ਪਰਮੇਸ਼ਵਰ ਦੀ ਕਿਰਪਾ ਮੈਨੂੰ ਬਲ ਦਿੰਦੀ ਹੈ। ਮੇਰੇ ਪਿਆਰੇ ਭਾਈ ਅਤੇ ਭੈਣ, ਪਰਮੇਸ਼ਵਰ ਦੀ ਕਿਰਪਾ ਨੂੰ ਆਪਣੇ ਜੀਵਨ ਦੇ ਵਿੱਚ ਕਦੇ ਵਿਅਰਥ ਨਾ ਰਹਿਣ ਦਿਓ। ਉਹਦਾ ਹਮੇਸ਼ਾ ਧੰਨਵਾਦ ਕਰੋ, ਕਿਉਂਕਿ ਇਹ ਕਿਰਪਾ ਜਦੋਂ ਅਸੀਂ ਪਾਪੀ ਹੀ ਸਾਂ ਉਦੋਂ ਮੇਰੇ ਉੱਤੇ ਪ੍ਰਗਟ ਹੋਈ ਹੈ। ਜਿਨ੍ਹਾਂ ਨੇ ਹਜੇ ਤੱਕ ਇਸ ਕਿਰਪਾ ਦਾ ਸਵਾਦ ਨਹੀਂ ਚੱਖਿਆ ਉਹ
ਆਪਣੇ ਜੀਆਂ ਦੇ ਵਿੱਚ ਇਸ ਗੱਲ ਦਾ ਇਕਰਾਰ ਕਰਨ ਕਿ ਪ੍ਰਭੂ ਯਿਸੂ ਮਸੀਹ ਮੇਰੇ ਪਾਪਾਂ ਲਈ ਮਾਰਿਆ ਗਿਆ, ਗੱਡਿਆ ਗਿਆ ਤੇ ਤੀਸਰੇ ਦਿਨ ਜੀ ਉੱਠਿਆ ਅਤੇ ਹੁਣ ਉਹ ਮੇਰਾ ਪ੍ਰਭੂ ਹੈ, ਤਾਂ ਉਹ ਕਿਰਪਾ ਦਾ ਸਵਾਦ ਚੱਖ ਕੇ ਪਰਮੇਸ਼ਰ ਦੇ ਪੁੱਤਰ ਬਣ ਗਏ ਅਤੇ ਸਦਾ ਦੇ ਜੀਵਨ ਦੇ ਭਾਗੀਦਾਰ ਹੋ ਗਏ। ਇਸ ਲਈ ਉਸ ਕਿਰਪਾ ਨੂੰ ਯਾਦ ਰੱਖੋ। ਜਦੋਂ ਇਹ ਕਿਰਪਾ ਮੇਰੇ ਉੱਤੇ ਹੋ ਜਾਂਦੀ ਹੈ ਤਾਂ ਉਸ ਕਿਰਪਾ ਦੇ ਲਈ ਪਰਮੇਸ਼ਰ ਵਿੱਚ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਉਸ ਦਾ ਧੰਨਵਾਦ ਕਰਦੇ ਰਹੋ। ਇਸੇ ਗੱਲ ਤੇ ਪਰਮੇਸ਼ਰ ਖੁਸ਼ ਹੁੰਦਾ ਔਰ ਇਸੇ ਗੱਲ ਦੇ ਉੱਤੇ ਪਰਮੇਸ਼ਰ ਮੈਨੂੰ ਬਖਸ਼ਿਸ਼ ਦਿੰਦਾ ਹੈ। ਪਰਮੇਸ਼ਰ ਸਾਡੇ ਜੀਵਨ ਦੇ ਵਿੱਚ ਇਸ ਤਰ੍ਹਾਂ ਹੋਣ ਦੇ ਲਈ, ਇਸ ਕਿਰਪਾ ਦੇ ਵਿੱਚ ਸਾਨੂੰ ਵਧਣ ਦੇ ਲਈ ਸਾਡੀ ਮਦਦ ਕਰੇ। ਸਾਰਿਆਂ ਨੂੰ ਜੈ ਮਸੀਹ ਦੀ। ਮਾਰਾਨਾਥਾ।